ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਲੜਕੀ ਬਿਨਾਂ ਵਿਆਹ ਤੋਂ ਰਹਿ ਸਕਦੀ ਹੈ? ਰਹਿ ਸਕਦੀ ਹੈ ਜੀ, ਜ਼ਰੂਰ ਰਹਿ ਸਕਦੀ ਹੈ। ਆਪਣਾ ਮਾਈਂਡ ਹੈਗਾ ਜੀ, ਬਹੁਤ ਚੰਗੀ ਜ਼ਿੰਦਗੀ ਬਤੀਤ ਹੁੰਦੀ ਹੈਗੀ ਹੈ। ਜੈਂਟਸ ਤੋਂ ਹੀ ਬਹੁਤੀ ਪਰੇਸ਼ਾਨੀ ਰਹੀ ਹੈਗੀ ਵੀ ਜਿਹੜਾ ਵੀ ਕੋਈ ਬੰਦਾ ਆਪਣੇ ਘਰ ਦੇ ਕਿ ਬਾਹਰ ਦੇ ਵੀ ਬੰਦੇ ਐਵੇਂ ਸੋਚਦੇ ਨੇ ਵੀ ਇਹਦਾ ਕਲੈਕਟਰ ਠੀਕ ਨਹੀਂ ਹੈ ਜਨਾਨੀ ਦਾ। ਕਹਿੰਦੇ ਅਸੀਂ ਤੇ ਹੀ ਕਹਿਣਗੇ ਇਹ ਵੀ ਕਲੈਕਟਰ ਲੂਜ ਹੋਣੀ ਹੈ ਵੀ ਉਹਨੂੰ ਇਹਨਾਂ ਨੂੰ ਉਹ ਨਹੀਂ ਪਤਾ ਲੱਗਦਾ ਹੈਗਾ ਵੀ ਦੂਸਰੇ ਨੂੰ ਕਲੈਕਟਰ ਕਹਿਣ ਵਾਸਤੇ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਅਸੀਂ ਉਹਦੇ ਨਾਲ ਤਾਂ ਨਹੀਂ ਜ਼ਿਆਦਾ ਗੰਦੇ ਹੈਗੇ ਆ। ਆਂਟੀ ਜਿੱਥੇ ਤੱਕ ਮੈਂ ਸੁਣਿਆ ਹੋਇਆ ਹੈ ਸ਼ਾਇਦ ਤੁਸੀਂ ਡਿਵੋਰਸੀ ਹੋ, ਹੈ ਨਾ? ਡਿਵੋਰਸ ਹੋਇਆ ਪਿਆ ਤੁਹਾਡਾ, ਕਦੋਂ ਡਿਵੋਰਸ ਹੋ ਗਿਆ ਸੀ? ਉਦੋਂ ਮੇਰਾ ਕਾਕਾ ਮੇਰਾ ਛੋਟਾ ਵੀ 2-3 ਮਹੀਨੇ ਦਾ ਮਸੀਂ ਹੋਣਾ। ਸੋਚਿਆ ਨਹੀਂ ਮੈਂ ਦੂਜਾ ਵਿਆਹ ਕਰਾ ਲਵਾਂ? ਨਹੀਂ ਜੀ, ਮੈਂ ਨਹੀਂ ਸੋਚਿਆ। ਕਿਉਂ ਨਹੀਂ ਸੋਚਿਆ? ਵੀ ਇੱਕ ਕੋਲੋਂ ਨਹੀਂ ਸੁੱਖ ਮਿਲਿਆ ਤੇ ਮੈਡਮ ਦੂਸਰੇ ਕੋਲ ਕੀ ਸੁੱਖ ਮਿਲੇਗਾ? ਵਿਆਹ ਕਰਾਉਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈਗਾ ਵੀ ਮਤਲਬ ਇਹ ਗੱਲ ਹੈਗੀ ਆ ਵੀ ਜਦ ਬੱਚਾ ਪੜ੍ਹਿਆ ਲਿਖੀ ਕੁੜੀ ਇੰਟੈਲੀਜੈਂਟ ਪੜ੍ਹੀ ਲਿਖੀ ਹੈਗੀ ਆ ਤੇ ਫਿਰ ਜ਼ਰੂਰੀ ਨਹੀਂ ਵਿਆਹ ਕਰਾਉਣਾ। ਚਾਹੇ ਸਰੀਰ ਕੋਮਲ ਹੈ ਪਰ ਹੱਥ ਜਿਹੜੇ ਨੇ ਉਹ ਇੰਨਾ ਕੰਮ ਕਰਦੇ ਨੇ ਕਿ ਸ਼ਾਇਦ ਉਹ ਕੋਮਲਪੁਣ ਜਿਹੜਾ ਹੈ ਉਹ ਦੂਰ ਚਲਾ ਜਾਂਦਾ ਹੈ। 85 ਸਾਲ ਦੀ ਉਮਰ ਹੈ, ਸਾਈਕਲ ਚਲਾ ਕੇ ਕੰਮ ਤੇ ਆਉਂਦੇ ਹੋ, ਸਾਈਕਲ ਚਲਾ ਕੇ ਜਾਂਦੇ ਹੋ, ਘਰ ਦਾ ਕੰਮ ਕਰਦੇ ਹੋ। ਮੈਨੂੰ ਚੰਗਾ ਲੱਗਦਾ ਹੈ। ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ ਹੈਗਾ। ਮੈਨੂੰ ਤਾਂ ਕਹਿੰਦੇ ਆ ਵੀ ਬੱਚਿਆਂ ਦੇ ਬੂਹੇ ਬੈਠੇ ਹੈਗੇ ਆ, ਕਹਿੰਦੇ ਜ਼ਿੰਦਗੀ ਤਾਂ ਰੱਬ ਕਿਸੇ ਨੂੰ ਨਾ ਦੇਵੇ, ਤ੍ਰਿਗ ਲਾਂਤ ਹੁੰਦਾ ਜਿਹੜੀ ਮਾਂ ਜਿਹੜੀ ਆਪਣੀ ਧੀਆਂ ਕੋਲ ਬੈਠਦੀ ਹੈਗੀ ਹੈ। ਨਹੀਂ ਆਂਟੀ, ਇਹ ਗਲਤ ਚੀਜ਼ ਹੈ। ਇੰਨੀ ਔਕਾਤ ਨਹੀਂ ਕਿਸੇ ਬੱਚੇ ਦੀ ਕਿ ਆਪਣੇ ਮਾਂ-ਬਾਪ ਨੂੰ ਪਾਲ ਲੈਣ। ਮਾਂ-ਬਾਪ ਜਿਹੜੇ ਨੇ ਉਹ ਬੱਚਿਆਂ ਨੂੰ ਪਾਲਦੇ ਨੇ। ਕੋਈ ਬੱਚਾ ਅੱਜ ਤੱਕ ਕੋਈ ਬੱਚਾ ਜ਼ਿੰਦਗੀ 'ਚ ਇਦਾਂ ਦਾ ਨਹੀਂ ਜੰਮਿਆ ਜੋ ਆਪਣੇ ਮਾਂ-ਬਾਪ ਨੂੰ ਪਾਲਦਾ ਹੋਵੇ। ਸੋ ਤੁਸੀਂ ਆਹ ਤਾਂ ਬਿਲਕੁਲ ਨਾ ਸੋਚੋ ਕਿ ਤੁਹਾਨੂੰ ਕੋਈ ਪਾਲ ਰਿਹਾ ਹੈ। ਤੁਸੀਂ ਹੱਕ ਦੀ ਕਮਾਉਂਦੇ ਹੋ, ਹੱਕ ਦੀ ਖਾਂਦੇ ਹੋ। ਫਿਰ ਉਹਨੂੰ ਦਬਾਉਣਾ ਜਿਸ ਤਰ੍ਹਾਂ ਚਾਹੁੰਦੇ ਹੈਗੇ ਨੇ ਵੀ ਚੱਲ ਅੱਜ ਮੈਂ ਇਹਨੂੰ ਕਹਾਂਗਾ ਵੀ ਤੈਨੂੰ ਐਵੇਂ ਕਹਿੰਦੇ ਵੀ ਤੇਰਾ ਕਲੈਕਟਰ ਨਹੀਂ ਠੀਕ, ਪਰ ਮੈਂ ਕਿਸੇ ਦੀ ਅੱਜ ਤੱਕ ਪਰਵਾਹ ਨਹੀਂ ਕੀਤੀ। ਹੁਣ ਮੇਰਾ ਗੁੱਡੀਆਂ ਮੇਰੇ ਕੋਲ 1.5 ਸਾਲ ਛੋਟੀ ਰਹੀ ਹੈਗੀ ਆ, ਉਹਦਾ ਪ੍ਰਾਹੁਣਾ ਛੱਡ ਗਿਆ ਸੀ ਮੇਰੇ ਕੋਲ ਤੇ ਮੈਨੂੰ ਕਹਿੰਦੇ ਵੀ ਦੋਵੇਂ ਕੁੜੀਆਂ ਜਿੱਧਰ ਤੁਸੀਂ ਗਏ ਸੀ ਤੇ ਮੈਂ ਕਿਹਾ ਮੈਂ ਤੇਰੇ ਪੱਲਿਓ ਲੈ ਕੇ ਨਹੀਂ ਖਾਂਦੀ, ਮੈਂ ਆਪਣੇ ਦਮ ਤੇ ਆਪਣੀ ਕੁੜੀਆਂ ਰੱਖੀਆਂ ਨੇ। ਦੱਸ ਤੂੰ ਮੈਨੂੰ ਸੌਦਾ ਪਾ ਕੇ ਦਿੰਦੀ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਉਹ ਇਸਤਰੀ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਉਹ ਇਸਤਰੀ ਦਾ ਮਕਸਦ ਹੈ ਕਿ ਉਹ ਉਹਨਾਂ ਇਸਤਰੀਆਂ ਦੇ ਨਾਲ ਮਿਲਵਾਉਣਾ ਜੋ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਕਿਸੇ ਤਾਨੇ ਮੇਨੇ ਦਾ ਸ਼ਿਕਾਰ ਹੁੰਦੀਆਂ ਨੇ, ਜਿਹੜੀਆਂ ਆਪਣੀ ਜ਼ਿੰਦਗੀ ਨੂੰ ਜੋ ਹੈ ਜਿਉਣਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਕੁਝ ਅਜਿਹਾ ਉਹਨਾਂ ਦੇ ਨਾਲ ਵਾਪਰਦਾ ਹੈ ਜਾਂ ਅਜਿਹਾ ਸਮਾਜ ਦੇ ਵਿੱਚ ਉਹ ਲੰਘਦੀਆਂ ਨੇ ਜਿਸ ਦੇ ਵਿੱਚ ਲੰਘਣ ਤੋਂ ਬਾਅਦ ਉਹ ਸੋਚਦੀਆਂ ਨੇ ਕਿ ਸ਼ਾਇਦ ਇਹ ਸਮਾਜ ਹੁੰਦਾ ਹੀ ਨਾ। ਸੋ ਮੇਰੇ ਨਾਲ ਇੱਕ ਆਂਟੀ ਮੌਜੂਦ ਨੇ ਜਿਨ੍ਹਾਂ ਔਰਤਾਂ ਨੂੰ ਅਸੀਂ ਕੋਮਲ ਦੱਸ ਦਿੰਦੇ ਹਾਂ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਔਰਤ ਜਿਹੜੀ ਹੈ ਉਹ ਕੋਮਲ ਹੁੰਦੀ ਹੈ, ਹਿਰਦੇ ਜ਼ਰੂਰ ਕੋਮਲ ਹੁੰਦਾ ਹੈ ਪਰ ਕਈ ਵਾਰ ਉਹਨਾਂ ਨੂੰ ਕੋਮਲ ਕਹਿ ਕੇ ਜੋ ਹੈ ਸੰਬੋਧਿਤ ਕੀਤਾ ਜਾਂਦਾ ਹੈ। ਪਰ ਅਸੀਂ ਇਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਹਾਂ ਕਿ ਔਰਤ ਜਿਹੜੀ ਹੈ ਕੋਮਲ ਤਾਂ ਹੈ ਹੀ ਹੈ, ਪਰ ਕੋਮਲ ਹੋਣ ਦੇ ਨਾਲ ਨਾਲ ਉਹ ਕੁਝ ਅਜਿਹੇ ਵੱਡੇ ਕੰਮ ਵੀ ਕਰਦੀ ਹੈ ਜਿਸ ਤੋਂ ਬਾਅਦ ਤੁਸੀਂ ਕੋਮਲ ਵਰਡ ਜਿਹੜਾ ਹੈ ਔਰਤਾਂ ਦੇ ਨਾਲ ਨਾ ਹੀ ਇਸਤੇਮਾਲ ਕਰੋ ਤਾਂ ਵਧੀਆ ਹੈ। ਆਂਟੀ ਦੇ ਮੈਂ ਹੱਥ ਤੁਹਾਨੂੰ ਦਿਖਾਉਂਗੀ। ਆਂਟੀ ਆਪਣੇ ਹੱਥ ਐ ਕਰੋ। ਸੋ ਸਾਰਿਆਂ ਨੂੰ ਬਹੁਤ ਬੇਖੂਬੀ ਵੇਖ ਰਹੇ ਹੋਗੇ ਤੁਸੀਂ ਆਂਟੀ ਦੇ ਹੱਥਾਂ ਨੂੰ। ਇਹ ਉਹ ਹੱਥ ਨੇ, ਚਾਹੇ ਸਰੀਰ ਕੋਮਲ ਹੈ ਪਰ ਹੱਥ ਜਿਹੜੇ ਨੇ ਉਹ ਇੰਨਾ ਕੰਮ ਕਰਦੇ ਨੇ ਕਿ ਸ਼ਾਇਦ ਉਹ ਕੋਮਲਪੁਣ ਜਿਹੜਾ ਹੈ ਉਹ ਦੂਰ ਚਲਾ ਜਾਂਦਾ ਹੈ। ਸੋ ਮੈਂ ਆਂਟੀ ਦੇ ਨਾਲ ਬੈਠੀ ਹੋਈ ਸੀ, ਮੈਂ ਆਂਟੀ ਨਾਲ ਗੱਲਾਂ ਕਰ ਰਹੀ ਸੀ। ਮੈਂ ਕਿਹਾ ਆਂਟੀ ਤੁਹਾਡੀ ਲਾਈਫ ਮੈਂ ਵੇਖਿਆ ਆਂਟੀ ਜਿਵੇਂ ਸਫਾਈ ਦਾ ਕੰਮ ਕਰਦੇ ਨੇ, ਬਹੁਤ ਸਾਰੇ ਆਂਟੀ ਸਾਈਕਲ ਚਲਾਉਂਦੇ ਨੇ, ਸਾਈਕਲ ਚਲਾ ਕੇ ਸਫਾਈ ਕਰਨ ਜਾਂਦੇ ਨੇ। ਮੈਂ ਆਂਟੀ ਨਾਲ ਬੈਠੀ ਹੋਈ ਸੀ, ਗੱਲਾਂ ਕਰ ਰਹੀ ਸੀ। ਮੈਂ ਕਿਹਾ ਆਂਟੀ ਜਿਵੇਂ ਤੁਸੀਂ ਸਿੰਗਲ ਮਦਰ ਹੋ, ਕਿਵੇਂ ਆਪਣੀ ਜ਼ਿੰਦਗੀ ਬਿਤਾਉਂਦੇ ਹੋ, ਕੀ ਕੁਝ ਕਰਦੇ ਹੋ? ਆਂਟੀ ਦੇ ਇੰਨੇ ਜਵਾਬ ਦਿਲਚਸਪ ਸੀਗੇ, ਇੰਨੇ ਇੰਟਰਸਟਿੰਗ ਸੀਗੇ ਕਿ ਸੁਣ ਕੇ ਮੈਨੂੰ ਲੱਗਾ ਕਿ ਆਂਟੀ ਤੁਹਾਡੀ ਗੱਲ ਜਿਹੜੀ ਹੈ ਨਾ ਮੈਂ ਬਾਕੀਆਂ ਨੂੰ ਵੀ ਸੁਣਾਉਣਾ ਆ, ਬਾਕੀਆਂ ਨੂੰ ਵੀ ਦਿਖਾਉਣਾ ਆ ਕਿ ਇੱਕ ਆਮ ਔਰਤ ਕਿੰਨਾ ਵੱਡਾ ਸੋਚ ਸਕਦੀ ਹੈ। ਚਾਹੇ ਉਹਦੇ ਕੋਲ ਇੰਨੀਆਂ ਪੌੜੀਆਂ ਅੱਗੇ ਨਹੀਂ ਮਿਲੀਆਂ ਕਿ ਉਹ ਕੁਝ ਦਿਖਾ ਸਕੇ, ਪਰ ਇੱਕ ਔਰਤ
ਇੱਕ ਆਮ ਔਰਤ ਕਿੰਨਾ ਉੱਪਰ ਦੀ ਸੋਚ ਰੱਖਦੀ ਹੈ। ਸੋ ਆਂਟੀ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਕਰ ਲੈਂਦੇ ਹੋ? ਵੀ ਮਤਲਬ ਘਰੇਲੂ ਕੰਮ ਸਾਰੇ ਹੀ ਕਰ ਲਈਦਾ ਕਰੀਬ ਟੋਟਲ। ਹਾਂ। ਤੇ ਮਤਲਬ ਜਿਸ ਤਰ੍ਹਾਂ ਬਾਹਰ ਦੇ ਜਿਸ ਤਰ੍ਹਾਂ ਹੁਣ ਵੀ ਕੰਮ ਕਰਦੇ ਹੀ ਹੈਗੇ ਆ, ਵੀ ਜੇ ਜੋਬ ਮਿਲਦੀ ਹੈ ਤੇ ਜਿਸ ਤਰ੍ਹਾਂ ਦੀ ਮਿਲਦੀ ਹੈ ਕਦੀ ਉਹ ਇਨਕਾਰ ਨਹੀਂ ਕੀਤਾ, ਵੀ ਕਰ ਲੈਂਦੇ ਹੈਗੇ। ਆਂਟੀ ਕਿੰਨੀ ਉਮਰ ਹੋ ਗਈ ਹੋਗੀ ਤੁਹਾਡੀ? ਮੇਰੀ ਜੀ ਹੁਣ 80-85 ਸਾਲ ਦੀ ਉਮਰ ਹੋਣੀ ਹੈ। 80-85 ਸਾਲ ਦੀ ਉਮਰ ਹੈ। ਇੰਨੀ ਉਮਰ ਅੱਛਾ, 80-85 ਸਾਲ ਦੀ ਉਮਰ ਦੇ ਵਿੱਚ ਬਹੁਤ ਵਾਰ ਅਸੀਂ ਥੱਕ ਵੀ ਜਾਂਦੇ ਆ, ਸਾਡਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਹਨਾ? ਸੋ ਤੁਸੀਂ ਬਾਹਰ ਵੀ ਕੰਮ ਕਰਨ ਜਾਂਦੇ ਹੋ, ਫਿਰ ਘਰ ਵੀ ਜਾ ਕੇ ਕੰਮ ਕਰਦੇ ਹੋ, ਸਰੀਰ ਥੱਕਦਾ ਹੈ? ਸਰੀਰ ਤਾਂ ਥੱਕਦਾ ਜੀ, ਵੀ ਘਰ ਵੀ ਦੇਖਣੇ ਬਹੁਤ ਜ਼ਰੂਰੀ ਹੈ ਜੀ। ਤੇ ਮਜਬੂਰੀਆਂ ਇਹ ਹੁੰਦੀਆਂ ਨੇ, ਬਾਹਰ ਕਰਨਾ ਉਸ ਨਾਲ ਜ਼ਿਆਦਾ ਵੱਡੀ ਮਜਬੂਰੀ ਹੁੰਦੀ ਹੈ ਵੀ ਜੇ ਬੱਚਿਆਂ ਨੂੰ ਕਿਸੇ ਤਰੀਕੇ ਸਟੈਂਡ ਕਰਨੇ। ਕਿੰਨੇ ਬੱਚੇ ਨੇ ਆਂਟੀ? ਸਾਡੇ 3 ਬੱਚੇ ਹੈਗੇ। ਇੱਦਾਂ ਕਿਉਂ ਕਰ ਰਹੇ ਹੋ? 2 ਗੁੱਡੀਆਂ ਨੇ, 1 ਕਾਕਾ ਹੈਗਾ। 2 ਗੁੱਡੀਆਂ ਨੇ ਤੇ 1 ਕਾਕਾ ਹੈ। ਹਾਂਜੀ ਆਂਟੀ, ਜਿੱਥੇ ਤੱਕ ਮੈਂ ਸੁਣਿਆ ਹੋਇਆ ਹੈ ਸ਼ਾਇਦ ਤੁਸੀਂ ਡਿਵੋਰਸੀ ਹੋ, ਹਨਾ? ਡਿਵੋਰਸ ਹੋਇਆ ਪਿਆ ਤੁਹਾਡਾ, ਕਦੋਂ ਡਿਵੋਰਸ ਹੋ ਗਿਆ ਸੀ? ਉਦੋਂ ਮੇਰਾ ਕਾਕਾ ਮੇਰਾ ਛੋਟਾ ਵੀ 2-3 ਮਹੀਨੇ ਦਾ ਮਸੀਂ ਹੋਣਾ, ਹੱਦ ਬਹੁਤਾ। ਪਹਿਲਾ ਬੱਚਾ ਇਹ ਰਾਜਵੀਰ, ਮੇਰੀ ਵੱਡੀ ਗੁੱਡੀ। ਨਹੀਂ, ਕਿੰਨੇ ਸਾਲ ਵਿਆਹ ਤੇ ਕਿੰਨੇ ਤਕਰੀਬਨ ਸਾਲ ਤੁਸੀਂ ਅਲੱਗ ਹੋ ਗਏ ਸੀ? ਨਹੀਂ ਇਹ ਕਾਕਾ ਹੋਣ ਤੋਂ ਬਾਅਦ ਲੱਗ ਹੋਏ। ਕਾਕਾ ਹੁਣ ਮਤਲਬ 2-3 ਸਾਲ ਇਕੱਠੇ ਰਹੇ ਤੁਸੀਂ ਸਾਰੇ ਜਣੇ? ਹਾਂ, ਸਾਰੇ ਅਸੀਂ ਇਕੱਠੇ ਰਹੇ ਹੈਗੇ 2-3 ਸਾਲ, ਮਤਲਬ ਵਿਆਹ ਦੇ ਨਹੀਂ ਜ਼ਿਆਦਾ ਰਹੇ ਹੈ ਜੀ, 10-20 ਸਾਲ ਰਹੇ ਹੈਗੇ। 10-20 ਸਾਲ ਰਹੇ ਹੋ? ਹਾਂਜੀ। ਉਸ 10-20 ਸਾਲ ਬਾਅਦ ਮਤਲਬ 2 ਨਿਆਣੇ ਤੁਹਾਡੇ ਹੋਏ? 3 ਹੋਏ ਹੈਗੇ। 3 ਹੋਏ। ਜਿਹੜਾ ਲਾਸਟ ਜਿਹੜਾ ਬੱਚਾ ਹੋਇਆ ਤੁਹਾਡੇ, ਉਸ ਤੋਂ ਬਾਅਦ ਤੁਸੀਂ ਅਲੱਗ ਹੋ ਗਏ? ਹਾਂ, ਉਸ ਤੋਂ ਬਾਅਦ ਅਲੱਗ ਹੋ ਗਏ। ਕੀ ਕਾਰਨ ਸੀਗਾ ਤੁਹਾਡੇ ਅਲੱਗ ਹੋਣ ਦਾ? ਬਸ ਰੋਜ਼ ਦੀਆਂ ਕੰਮ ਨਹੀਂ ਕਰਦਾ ਸੀ, ਮੈਂ ਹੀ ਸ਼ੁਰੂ ਤੋਂ ਹੀ ਕੰਮ ਕਰਦੀ। ਜੇ ਮੈਂ ਕੰਮ ਦਾ ਕਹਿੰਦੀ ਸੀ ਤੇ ਬਸ ਸ਼ੁਰੂ ਹੋ ਜਾਣਾ ਮਾਂ ਭੈਣ ਦੀਆਂ ਗੱਲਾਂ, ਉਹੀ ਬਸ ਲਚਕਰ ਦੇਣਾ ਸ਼ੁਰੂ ਕਰ ਦਿੰਦਾ ਸੀ, ਤੂੰ ਜਾ, ਮੈਂ ਨਹੀਂ ਕਰਨਾ, ਫਲਾਣਾ, ਠੀਕ ਹੈ। ਤੇ ਮੈਨੂੰ ਉਹਦੀ ਪਸੰਦ ਨਹੀਂ ਸੀ, ਮੈਂ ਨਹੀਂ ਪਸੰਦ। ਅੱਜ ਪਤਾ ਕਿ ਉਹ ਕਿੱਥੇ ਹੋਣਗੇ? ਹੈਗੇ ਆ ਆਪਣੇ ਨੂੰਹ ਪੁੱਤਰ ਕੋਲ ਹੀ ਹੋਣਗੇ ਕਿਧਰੇ। ਅੱਛਾ, ਉਹਦੇ ਨੂੰਹ ਪੁੱਤਰ ਦੂਜਾ ਵਿਆਹ ਕਰਾ ਲਿਆ ਉਹਨੇ? ਨਹੀਂ, ਇਹ ਨਹੀਂ ਮੈਨੂੰ ਪਤਾ ਜੀ, ਮੈਂ ਨਹੀਂ ਕੁਆਰੀ। ਆਂਟੀ ਇਹਨੂੰ ਹਲਾਓ ਨਾ। ਅੱਛਾ, ਵੀ ਮੈਂ ਇਹਨਾਂ ਨਹੀਂ ਕਹਿੰਦੀ ਵੀ ਵਿਆਹ ਕਰਵਾਇਆ। ਆਂਟੀ ਅੱਛਾ ਚਲੋ ਛੱਡੋ, ਉਹਨਾਂ ਦੀ ਆਪਾਂ ਗੱਲ ਨਹੀਂ ਕਰਾਂਗੇ ਨਾ। ਤੁਹਾਡਾ ਬੱਚਾ 2 ਮਹੀਨੇ ਦਾ ਸੀ? ਹਾਂਜੀ। 2 ਮਹੀਨੇ ਦਾ ਬੱਚੇ ਨੂੰ ਲੈ ਕੇ ਤੁਸੀਂ ਆਪਣੀ ਲਾਈਫ ਜਿੰਦੇ ਪਏ ਸੀ, ਤੁਸੀਂ ਸੋਚਿਆ ਨਹੀਂ ਮੈਂ ਦੂਜਾ ਵਿਆਹ ਕਰਾ ਲਵਾਂ? ਨਹੀਂ ਜੀ, ਮੈਂ ਨਹੀਂ ਸੋਚਿਆ। ਕਿਉਂ ਨਹੀਂ ਸੋਚਿਆ? ਵੀ ਇੱਕ ਕੋਲੋਂ ਨਹੀਂ ਸੁੱਖ ਮਿਲਿਆ ਤੇ ਮੈਡਮ ਦੂਸਰੇ ਕੋਲ ਕੀ ਸੁੱਖ ਮਿਲੇਗਾ? ਪਰ ਦੱਸੋ ਜੀ। ਫਿਰ ਇਹਨਾਂ ਤੋਂ ਫਿਰ ਇਸ ਤਰ੍ਹਾਂ ਬੈਟਰ ਜ਼ਿੰਦਗੀ ਹੈਗੀ ਹੈ ਵੀ ਆਪਣੇ ਬੱਚਿਆਂ ਨੂੰ ਦੇਖੋ ਤੇ ਆਪਣੀ ਜ਼ਿੰਦਗੀ। ਆਂਟੀ, ਜਦੋਂ ਮੈਂ ਨਾ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ, ਤੁਸੀਂ ਮੈਨੂੰ ਕਹਿ ਰਹੇ ਸੀਗੇ ਕਿ ਅੱਜ ਵਿਆਹ ਨਾ ਕਰਵਾਓ ਤੇ ਸੁਖੀ ਹੋ ਤੁਸੀਂ, ਹਨਾ? ਤੁਸੀਂ ਮਰਦਾਂ ਪ੍ਰਤੀ ਚਲੋ ਇੱਕ ਸੋਚ ਬਣਾਈ ਹੋਈ, ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਲੜਕੀ ਬਿਨਾਂ ਵਿਆਹ ਤੋਂ ਰਹਿ ਸਕਦੀ ਹੈ? ਰਹਿ ਸਕਦੀ ਹੈ ਜੀ, ਜ਼ਰੂਰ ਰਹਿ ਸਕਦੀ ਹੈ। ਆਪਣਾ ਮਾਈਂਡ ਹੈਗਾ ਜੀ, ਬਹੁਤ ਚੰਗੀ ਜ਼ਿੰਦਗੀ ਬਤੀਤ ਹੁੰਦੀ ਹੈਗੀ ਹੈ, ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ, ਮੰਮੀ ਡੈਡੀ ਨਾਲ ਵਧੀਆ ਜ਼ਿੰਦਗੀ ਬਤੀਤ ਹੁੰਦੀ ਹੈ। ਜੇ ਤੁਸੀਂ ਕਹੋ ਵੀ ਹਾਂ ਪੁਰਸ਼ ਨਾਲ ਜ਼ਿੰਦਗੀ ਬਤੀਤ ਹੁੰਦੀ ਹੈ, ਉਹ ਤਾਂ ਆਪਣੀ ਬੜੀ ਸੋਚ ਹੈ ਜੀ, ਮੈਨੂੰ ਨਹੀਂ ਇਹ ਜੀ ਸੋਚ ਚੰਗੀ ਲੱਗਦੀ ਹੈਗੀ। ਮੈਂ ਤਾਂ ਕਹਿੰਦੀ ਹਾਂ ਵੀ ਆਪਣੇ ਬੱਚਿਆਂ 'ਚ ਜ਼ਿੰਦਗੀ ਬਤੀਤ ਕਰੋ। ਜਦ ਚੰਗਾ ਪੁਰਸ਼ ਮਿਲਦਾ ਤੇ ਉਹਦੇ ਜੈਸੀ ਰੀਸ ਨਹੀਂ ਹੈ, ਪਰ ਕਰੀਬ ਨਹੀਂ ਐਵੇਂ ਦੇ ਮਿਲਦੇ ਹੈਗੇ, 100 'ਚ 1 ਅੱਧਾ ਦੇਖ ਲਓ। ਕਿਉਂ ਆਂਟੀ ਇਦਾਂ ਦੀ ਸੋਚ ਬਣ ਗਈ? ਤੁਸੀਂ ਕਿਹਨਾਂ ਨੂੰ ਵੇਖਿਆ ਹੈ ਜਿਹੜੀਆਂ ਕਿ ਜਿਹੜੇ ਅੱਜ ਡਿਵੋਰਸੀ ਹੋ ਗਏ ਨੇ ਜਾਂ ਜਿਨ੍ਹਾਂ ਦੇ ਘਰ ਵਾਲੇ ਵਧੀਆ ਨਹੀਂ ਮਿਲੇ? ਕਰੀਬ ਮੈਂ ਤੇ ਜਦ ਦੀ ਮੈਂ ਬੱਚੇ ਜਿੰਨੇ ਕੋਈ ਮੇਰੇ ਬੱਚੇ ਹੋਏ ਨੇ, ਮੈਂ ਦੂਸਰੀਆਂ ਔਰਤਾਂ ਨੂੰ ਵੀ ਕਿੰਨੀਆਂ ਨੂੰ ਦੇਖਦੀ ਆਈ ਹਾਂ ਵੀ ਖਾਸ ਕਰਕੇ ਵਿਆਹ ਹੁੰਦਾ ਕਦੀ ਕਹਿੰਦੀਆਂ ਨੇ ਵੀ ਮੇਰਾ ਘਰ ਵਾਲਾ ਮੈਨੂੰ ਪੈਸੇ ਨਹੀਂ ਦਿੰਦਾ, ਮੈਂ ਬਹੁਤ ਦੁਖੀ ਹੈਗੀ ਆ, ਤੇ ਕੁੱਟਮਾਰ ਕਰਦੀ, ਮੇਰੀ ਸੱਸ ਦੁਖੀ ਕਰਦੀ, ਵੀ ਮਤਲਬ ਕਰੀਬ ਕਈ ਕਹਿੰਦੇ ਫਿਰ ਸਾਡੇ ਬੱਚੇ ਦੁਖੀ ਕਰਦੇ ਆ, ਬੱਚੇ ਸਾਡੇ ਕਹਿਣੇ 'ਚ ਨਹੀਂ ਚੱਲਦੇ ਹੈਗੇ। ਮਤਲਬ ਕਰੀਬ ਗੱਲਾਂ ਸੁਣ ਕੇ ਨਾ ਦਿਮਾਗ ਤੇ ਪ੍ਰੈਸ਼ਰ ਪੈਂਦਾ, ਇਸ ਕਰਕੇ ਕਦੀ ਵਿਆਹ ਦੀ ਸੋਚਣ ਦੀ ਹਿੰਮਤ ਹੀ ਨਹੀਂ ਪਈ। ਉੱਦਾਂ ਵੀ ਤੁਹਾਨੂੰ ਲੱਗਦਾ ਕਿ ਮਤਲਬ ਜਿਹੜੀ ਇੱਕ ਸੋਚ ਬਣੀ ਹੋਈ ਆ ਕਿ ਇੱਕ ਲੜਕੀ ਦੀ ਜ਼ਿੰਦਗੀ ਹੈ ਨਹੀਂ ਗੀ, ਹਨਾ, ਕਿ ਵਿਆਹ ਤੋਂ ਬਿਨਾਂ ਤਾਂ ਉਹਦੀ ਜ਼ਿੰਦਗੀ ਹੈ ਹੀ ਨਹੀਂ ਗੀ, ਉਹਨੂੰ ਵਿਆਹ ਕਰਵਾਉਣਾ ਹੀ ਚਾਹੀਦਾ ਹੈ, ਉਹਨਾਂ ਲੜਕੀਆਂ ਲਈ ਕੀ ਕਹਿੰਦੇ ਹੋ? ਵਿਆਹ ਤੁਹਾਨੂੰ ਅੱਗੇ ਰਿਕੁਐਸਟ ਕੀਤੀ ਹੈ ਵੀ ਵਿਆਹ ਕਰਾਉਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈਗਾ, ਵੀ ਮਤਲਬ ਇਹ ਗੱਲ ਹੈਗੀ ਆ ਵੀ ਜਦ ਬੱਚਾ ਪੜ੍ਹਿਆ ਲਿਖੀ, ਕੁੜੀ ਇੰਟੈਲੀਜੈਂਟ ਪੜ੍ਹੀ ਲਿਖੀ ਹੈਗੀ ਹੈ ਤੇ ਫਿਰ ਜ਼ਰੂਰੀ ਤਾਂ ਨਹੀਂ ਵਿਆਹ ਕਰਾਉਣਾ। ਕਈ ਕੁੜੀਆਂ ਕਹਿੰਦੀ ਚੱਲ ਵਿਆਹ ਹੋ ਜਾਏਗਾ ਵੀ ਜੀਵਨ ਸਾਥੀ ਹੋਏਗਾ, ਚੱਲ ਦੁੱਖ ਸੁੱਖ ਆਪਾਂ ਬੱਚੇ ਵਿਆਹ ਜਾਣਗੇ, ਵੀ ਆਪਾਂ ਬੁੜੀ ਹੋ ਜਾਾਂਗੇ, ਵੀ ਚੱਲ ਦੁੱਖ ਸੁੱਖ ਫੋਲ ਲਾਂਗੇ, ਪਰ ਉਹ ਗੱਲਬਾਤ ਹੁੰਦੀ ਨਹੀਂ ਹੈਗੀ, ਕਰੀਬ ਨਹੀਂ ਹੁੰਦੀ। ਅੱਛਾ ਆਂਟੀ, ਹੁਣ ਤੁਸੀਂ ਜਿੱਦਾਂ ਹਨਾ ਆਪਣੀ ਕੁੜੀ ਦੇ ਨਾਲ ਰਹਿੰਦੇ ਹੋ, ਹਨਾ, ਕੁੜੀ ਦੇ ਨਾਲ ਤੁਸੀਂ ਰਹਿੰਦੇ ਹੋ, ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ, ਕੱਲ ਨੂੰ ਤੁਸੀਂ ਬਜ਼ੁਰਗ ਹੋ ਗਏ, ਹਨਾ, ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਬਜ਼ੁਰਗ ਹੋ ਜਾਂਦੇ ਹੋ ਤੁਹਾਡਾ ਜੀਵਨ ਸਾਥੀ ਤੁਹਾਡੇ ਕੰਮ ਆਉਂਦਾ ਹੈ, ਹਨਾ, ਤੁਹਾਨੂੰ ਪਾਣੀ ਦੇਣ ਦੇ ਕੰਮ ਆਉਂਦਾ ਹੈ, ਉਸ ਸਮੇਂ ਕੀ ਕਰੋਗੇ? ਨਹੀਂ ਜੀ, ਇਹ
ਜੋ ਜੋ ਲਿਖੀਆਂ ਧੁਰੋਂ ਦੀਆਂ ਇਹ ਗੱਲ ਐਵੇਂ ਹੈ ਜੀ ਵੀ ਜੋ ਧੁਰ ਦੀ ਰੱਬ ਨੇ ਲਿਖੀ ਵੀ ਹੈ ਹੁੰਦਾ ਤਾਂ ਉਹ ਹੈ। ਜੇ ਅਸੀਂ ਕਹਿੰਦੇ ਆ ਵੀ ਹਾਂ ਸਾਡਾ ਬੰਦਾ ਹੁੰਦਰ ਵੀ ਸਾਨੂੰ ਪਾਣੀ ਦਿੰਦਾ, ਜਦ ਮੁੰਡਾ ਸਾਡਾ ਹੁੰਦਰ ਪਾਣੀ ਘੁੱਟ ਦਿੰਦਾ, ਕੋਈ ਨਹੀਂ ਜੀ ਕਿਸੇ ਨੂੰ ਸੋਚਦਾ। ਇਹ ਤਾਂ ਆਪਣੀ ਸੋਚ ਆਪ ਹੀ ਰੱਖਣੀ ਪੈਂਦੀ ਹੈ। ਜਿੰਨਾ ਸਰੀਰ ਨੂੰ ਕਸ਼ਟ ਦੋਗੇ ਉਨਾ ਸਰੀਰ ਅੰਦਰੋਂ ਆਪਣਾ ਸਟਰੋਂਗ ਹੋਏਗਾ, ਇੰਨੀ ਆਪਣੀ ਸੋਚ ਬਹੁਤ ਵਧੀਆ ਹੋਏਗੀ। ਮੇਰੀ ਤਾਂ ਸੋਚ ਦਾ ਕਹਿਣਾ ਇਹੀ ਹੈਗਾ। ਅੱਗੋਂ ਆਪਣੀ ਹਰ ਕਿਸੇ ਦੀ ਵੱਖਰੀ ਵੱਖਰੀ ਸੋਚ ਹੈ, ਮੈਂ ਕਿਸੇ ਸੋਚ ਨਾਲ ਨਹੀਂ ਮਿਲਦੀ। अब ਤੁਸੀਂ ਸਭ ਤੋਂ ਵੱਡੀ ਗੱਲ ਆਂਟੀ 85 ਸਾਲ ਦੀ ਉਮਰ ਹੈ, ਹਾਂ। ਸਾਈਕਲ ਚਲਾ ਕੇ ਕੰਮ ਤੇ ਆਉਂਦੇ ਹੋ, ਸਾਈਕਲ ਚਲਾ ਕੇ ਜਾਂਦੇ ਹੋ, ਘਰ ਦਾ ਕੰਮ ਕਰਦੇ ਹੋ, ਮੈਨੂੰ ਚੰਗਾ ਲੱਗਦਾ ਹੈ ਜੀ। ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ ਹੈਗਾ। ਹੋਰ ਮੈਨੂੰ ਬੈਠਣਾ ਵੇਲਾ ਪਸੰਦ ਨਹੀਂ ਸਮਝਦਾ। ਮੈਂ ਕਿਸੇ ਦਾ ਵੇਲਾ ਖਾ ਨਹੀਂ ਸਕਦੀ, ਜਾਂ ਖਾਂਦੀ ਆ ਉਹਦਾ ਪ੍ਰੋਪਰ ਕੰਮ ਕਰਨਾ ਚਾਹੁੰਦੀ। ਜਦ ਦਾ ਕੱਪ ਕਿਸੇ ਦਾ ਚਾਹ ਵੀ ਪੀਂਦੀ ਆ, ਮਹਿਸੂਸ ਕਰਦੀ ਵੀ ਚਾਹ ਪੀਤੀ ਦਾ ਲੇਖਾ ਦੇਣਾ ਪੈਣਾ ਉਹਦਾ, ਜਿਸੇ ਕਿਸੇ ਤਰੀਕੇ ਨਾਲ ਮੈਂ ਉਹਦਾ ਮਸਲਾ ਹੱਲ ਕਰ ਦਿੰਦੀ। ਅੱਛਾ ਆਂਟੀ, ਇੱਕ ਉਹ ਵੀ ਚੀਜ਼ ਕਹਿੰਦੇ ਨੇ ਕਿ ਇੱਕ ਜਿਹੜੀ ਆਮ ਔਰਤ ਆ ਹਨਾ, ਉਹ ਜ਼ਿਆਦਾ ਸੋਚਦੀ ਨਹੀਂ ਹੈਗੀ, ਉਹ ਘਰੇਲੂ ਪੁਣੇ 'ਚ ਰਹਿੰਦੀ ਹੈ। ਉਹਨੂੰ ਹੁੰਦਾ ਹੈ ਕਿ ਨਹੀਂ ਮੇਰੀ ਸਮਾਜ ਦੇ ਵਿੱਚ ਜੇ ਮੈਂ ਆਪਣੇ ਘਰ ਵਾਲੇ ਦੇ ਨਾਲ ਨਹੀਂ ਰਹੂੰਗੀ ਤਾਂ ਮੇਰੀ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜਾਊਗੀ, ਇਹ ਹੋ ਜਾਊਗਾ, ਉਹ ਹੋ ਜਾਊਗਾ। ਉਹ ਫਿਰ ਬੰਦੇ ਕੀ ਨਜਾਇਜ਼ ਫਾਇਦਾ ਠਾ ਲੈਂਦੇ ਆ ਜੀ ਵੀ ਮੇਰੀ ਜਨਾਨੀ ਦੇ ਉੱਤੇ ਛਿੱਤਰ ਖਾਣ ਦੀ ਆਦਤ ਪੈ ਗਈ ਹੈ। ਉਹ ਫਿਰ ਬੰਦਾ ਤਾਂ ਮਾਰਦਾ ਹੀ ਮਾਰਦਾ ਛਿੱਤਰ। ਕੱਲ ਬੱਚੇ ਵੱਡੇ ਹੁੰਦੇ ਨੇ ਤੇ ਕਰੀਬ ਮੈਂ ਦੇਖਿਆ ਕਿੰਨੇ ਜਣਿਆਂ 'ਚ ਦੇਖਿਆ, ਲੇਡੀਜ਼ ਖਾਸ ਕਰਕੇ, ਉਹ ਪਹਿਲਾਂ ਤਾਂ ਬੰਦੇ ਦੀ ਛਿੱਤਰ ਖਾਂਦੀ ਹੈਗੀ ਹੈ, ਫਿਰ ਬੰਦੇ ਦੇ ਖਾਂਦੇ, ਫਿਰ ਅੱਗੋਂ ਬੱਚੇ ਵੀ ਐਵੇਂ ਕਰਤੂਤਾ ਕਰ ਲਾ ਪੈਂਦੇ ਨੇ। ਉਹ ਵੀ ਫਿਰ ਜਿਸ ਤਰ੍ਹਾਂ ਆਪਣੇ ਬਾਪ ਨੂੰ ਦੇਖਦੇ ਨੇ ਤੇ ਫਿਰ ਮਾਵਾਂ ਦੀ ਕਦਰ ਨਹੀਂ ਜੀ, ਟੋਟਲ ਨਹੀਂ ਕਰਦੇ ਹੈਗੇ। ਟੋਟਲ ਨਹੀਂ ਕਰਦੇ। ਨਹੀਂ ਆਂਟੀ ਸੋਆਂ ਚ ਇੱਕ ਦੋ ਹੋਏਗਾ, ਮੈਨੂੰ ਤਾਂ ਨਹੀਂ ਲੱਗਦਾ। ਕਿੱਦਾਂ ਦੇ ਆਂਟੀ ਅਬ ਤੁਹਾਡੀ ਇੰਨੀ ਉਮਰ ਹੋ ਗਈ ਹੈ ਹਨਾ, ਆਪਣੀ ਜ਼ਿੰਦਗੀ ਬਹੁਤ ਲੰਬੇ ਸਮੇਂ ਤੋਂ ਕੱਟਦੇ ਆ ਰਹੇ ਹੋ, ਆਪ ਕੰਮ ਕਰਕੇ ਆਪ ਖਾਂਦੇ ਹੋ ਹਨਾ, ਕਿਉਂ ਜਿਹਾ ਸਮੱਸਿਆਵਾਂ ਜ਼ਿੰਦਗੀ ਦੇ ਵਿੱਚ ਆਈਆਂ ਜਿੱਥੋਂ ਜ਼ਿੰਦਗੀ ਦੀ ਥੋੜੀ ਜਿਹੀ ਕਹੀਏ ਕਿ ਜ਼ਿੰਦਗੀ ਤੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਈ ਵਾਰ ਹਨਾ। ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਮਾਹੌਲ ਬਣ ਜਾਂਦੇ ਨੇ, ਅਜਿਹਾ ਸਿਚੁਏਸ਼ਨ ਆ ਜਾਂਦੀ ਹੈ ਕਿ ਅਸੀਂ ਬੜੀ ਨਿਰਾਸ਼ ਹੋ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇਹ ਕਿਹੋ ਜਿਹੀ ਰੱਬਾ ਜ਼ਿੰਦਗੀ ਦੇ ਦਿੱਤੀ ਸਾਨੂੰ। ਉਹ ਤਾਂ ਗੱਲ ਠੀਕ ਹੈ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਹੋ। ਗੱਲ ਐਵੇਂ ਹੈਗੀ ਹੈ ਜੀ ਵੀ ਹੁਣ ਜਦੋਂ ਕੋਈ ਤਾਂ ਆਪਣਾ ਮਸਲਾ ਹੱਲ ਕੱਢਣਾ ਪੈਂਦਾ, ਜਾਂ ਕਹੀਏ ਵੀ ਮੰਮੀ ਡੈਡੀ ਦੇ ਸਹਾਰੇ ਤੇ ਜੀ ਲਈਏ ਤੇ ਫਿਰ ਬੱਚੇ ਕਿਸ ਤਰ੍ਹਾਂ ਪਾਲਾਂਗੇ ਆਪਾਂ, ਤੇ ਮੰਮੀ ਡੈਡੀ ਦੇ ਸਹਾਰੇ ਤੇ ਨਹੀਂ। ਕਿਉਂ ਵਿੱਚ ਭਾਬੀਆਂ ਵੀ ਟੋਟਲ ਵਿੱਚ ਹੁਣ ਇੱਕ ਬਰਾਬਰ ਭਾਬੀਆਂ ਨਹੀਂ ਹੁੰਦੀਆਂ। ਜਦੋਂ ਮੁੰਡਿਆਂ ਦੀ ਮੈਰਿਜ ਹੁੰਦੀ ਹੈ ਉਹ ਆਪਣੀ ਵੋਟੀਆਂ ਦੀ ਮੰਨਦੇ ਨੇ, ਆਪਣੇ ਭੈਣ ਭਰਾ ਦੀ ਨਹੀਂ ਮੰਨਦੇ, ਡੈਡੀ ਦੀ ਮੰਮੀ ਡੈਡੀ ਦੀ ਘੱਟ ਬਹੁਤ ਮੰਨਦੇ ਨੇ। ਉਹ ਕਿਉਂ ਉਹਨੂੰ ਸੋਚਣਾ ਪੈਂਦਾ ਮੁੰਡੇ ਨੂੰ ਵੀ ਜਾਂ ਮੈਂ ਇਹਦੀ ਨਹੀਂ ਮੰਨਾਂਗਾ ਤਾਂ ਮਰਦਾ ਹੈਗਾ, ਜਾਂ ਬੁੜੀ ਬੁੜੇ ਦੀ ਮੰਨਦਾ ਵਾ ਤਾਂ ਮਰਦਾ ਹੈਗਾ, ਜਾਂ ਭੈਣ ਭਰਾ ਦੀ ਮਦਦ ਕਰਦਾ ਤਾਂ ਮਰਦਾ। ਇਸ ਕਰਕੇ ਕਾਫੀ ਸਾਲ ਆਪਣੇ ਮੰਮੀ ਡੈਡੀ ਕੋਲ ਹੀ ਰਹੇ ਹਨਾ ਡਿਵੋਰਸ ਤੋਂ ਬਾਅਦ। ਹਾਂਜੀ ਪਰ ਮੈਂ ਆਪਣੀ ਉੱਥੇ ਵੀ ਕਿਰਤ ਕਰਕੇ ਖਾਂਦੀ ਰਹੀ ਹਾਂ। ਮੈਂ ਕਿਸੇ ਸਿਰ ਤੇ ਬੋਝ ਨਹੀਂ ਜੀ ਰਹੀ ਹੈ। ਅੱਜ ਕੁੜੀ ਕੋ ਵੀ ਹੈਗੇ ਉਹ ਫਿਰ ਤਾਂ ਵੀ ਮੈਂ ਬੋਝ ਨਹੀਂ ਬਣੀ ਹੈਗੀ, ਭਾਵੇਂ ਫਿਰ ਵੀ ਕੰਮ ਕਰਦੇ ਹੋ, ਕੰਮ ਕਰਕੇ ਖਾਂਦੀ ਹੈਗੀ। ਮੈਨੂੰ ਸਭ ਕਹਿ ਦਿੰਦੀ ਹੈ ਮੰਮੀ ਤੂੰ ਬੈਠ ਜਾ, ਤੇ ਮੈਂ ਕਹਿੰਦਾ ਬੈਠ ਕੇ ਕੀ ਫਾਇਦਾ, ਤੇਰਾ ਲੇਖਾ ਦੇਣਾ ਹੈਗਾ, ਮੈਂ ਆਪਣੀ ਕਿਰਤ ਕਰਕੇ ਖਾਵਾਂ। ਪਰ ਆਂਟੀ ਇਹ ਕਹਿ ਸਕਦੇ ਹੋ ਕਿ ਚਲੋ ਕੁੜੀ ਨੇ ਤੁਹਾਨੂੰ ਸਾਂਭਿਆ ਹੈਗਾ ਹੈ। ਹਾਂਜੀ ਨਹੀਂ ਉਹ ਤਾਂ ਗੱਲ ਮੈਂ ਤੁਹਾਡੀ ਸਮਝਦੀ ਆ ਵੀ ਕੁੜੀ ਨੇ ਸਾਂਭਿਆ, ਪਰ ਮੇਰੇ ਤੋਂ ਗਲਤ ਬੋਲ ਹੋ ਗਿਆ। ਕੁੜੀ ਨੇ ਇਹਨਾਂ ਨੂੰ ਨਹੀਂ ਸਾਂਭਿਆ, ਤੁਸੀਂ ਆਂਟੀ ਕੁੜੀ ਨੂੰ ਸਾਂਭਿਆ ਹੈ। ਇੱਕ ਬੱਚਿਆਂ ਦੀ ਨਹੀਂ ਔਕਾਤ ਨਹੀਂ ਕਿ ਆਪਣੇ ਮਾਂ-ਬਾਪ ਨੂੰ ਸਾਂਭ ਲੈਣ। ਪਤਾ ਜੀ ਹੁਣ ਦੇਖੋ ਜੀ, ਕਹਿਣ ਨੂੰ ਤੇ ਕਹਿੰਦੇ ਆ ਵੀ ਬੱਚਿਆਂ ਦੇ ਬੂਹੇ ਬੈਠੇ ਹੈਗੇ ਆ, ਕਹਿੰਦੇ ਜ਼ਿੰਦਗੀ ਤਾਂ ਰੱਬ ਕਿਸੇ ਨੂੰ ਨਾ ਦੇਵੇ, ਤ੍ਰਿਗ ਲਾਨਤ ਹੁੰਦਾ ਜਿਹੜੀ ਮਾਂ ਜਿਹੜੀ ਆਪਣੀ ਧੀਆਂ ਕੋਲ ਬੈਠਦੀ ਹੈਗੀ ਹੈ। ਨਹੀਂ ਆਂਟੀ ਇਹ ਗਲਤ ਚੀਜ਼ ਹੈ। ਇੰਨੀ ਔਕਾਤ ਨਹੀਂ ਕਿਸੇ ਬੱਚੇ ਦੀ ਕਿ ਆਪਣੇ ਮਾਂ-ਬਾਪ ਨੂੰ ਪਾਲ ਲੈਣ। ਮਾਂ-ਬਾਪ ਜਿਹੜੇ ਨੇ ਉਹ ਬੱਚਿਆਂ ਨੂੰ ਪਾਲਦੇ ਨੇ। ਕੋਈ ਬੱਚਾ ਅੱਜ ਤੱਕ ਕੋਈ ਬੱਚਾ ਜ਼ਿੰਦਗੀ 'ਚ ਇਦਾਂ ਦਾ ਨਹੀਂ ਜੰਮਿਆ ਜੋ ਆਪਣੇ ਮਾਂ-ਬਾਪ ਨੂੰ ਪਾਲਦਾ ਹੋਵੇ। ਸੋ ਤੁਸੀਂ ਆਹ ਤਾਂ ਬਿਲਕੁਲ ਨਾ ਸੋਚੋ ਕਿ ਤੁਹਾਨੂੰ ਕੋਈ ਪਾਲ ਰਿਹਾ ਹੈ। ਤੁਸੀਂ ਹੱਕ ਦੀ ਕਮਾਉਂਦੇ ਹੋ, ਹੱਕ ਦੀ ਖਾਂਦੇ ਹੋ। ਕਈ ਕਹਾਂਗੇ ਵੀ ਆਪਣੀ ਕਿਰਤ ਕਰਕੇ ਖਾਣੀ ਚਾਹੀਦੀ ਹੈ, ਵੀ ਆਪਣੇ ਹੱਥ ਪੈਰ ਤੋੜ ਕੇ। ਆਂਟੀ ਇੱਕ ਚੀਜ਼ ਦੱਸੋ, ਅੱਜ ਤੱਕ ਜਿੰਨਾ ਦੁਖੀ ਹੋਏ ਹੋ ਮਰਦਾਂ ਤੋਂ ਹੀ ਦੁਖੀ ਹੋਏ ਹੋ, ਚਾਹੇ ਉਹ ਪੁੱਤਰ ਹੋਵੇ, ਚਾਹੇ ਉਹ ਘਰ ਵਾਲਾ ਹੋਵੇ, ਚਾਹੇ ਕੋਈ ਹੋਰ ਹੋਵੇ, ਮਰਦਾਂ ਤੋਂ ਹੀ ਦੁਖੀ ਹੋਏ। ਜੈਂਟਸ ਤੋਂ ਹੀ ਬਹੁਤੀ ਪਰੇਸ਼ਾਨੀ ਰਹੀ ਹੈਗੀ ਵੀ ਜਿਹੜਾ ਵੀ ਕੋਈ ਬੰਦਾ ਆਪਣੇ ਘਰ ਦੇ ਕੀ ਬਾਹਰ ਦੇ ਵੀ ਬੰਦੇ ਐਵੇਂ ਸੋਚਦੇ ਨੇ ਵੀ ਇਹਦਾ ਕਲੈਕਟਰ ਠੀਕ ਨਹੀਂ ਹੈ ਜਨਾਨੀ ਦਾ। ਕਹਿੰਦੇ ਸੱਟੇ ਹੀ ਕਹਿਣਗੇ ਇਹ ਵੀ ਕਲੈਕਟਰ ਲੂਜ ਹੋਣੀ ਹੈ, ਵੀ ਇਹਨਾਂ ਨੂੰ ਉਹ ਨਹੀਂ ਪਤਾ ਲੱਗਦਾ ਹੈਗਾ ਵੀ ਦੂਸਰੇ ਨੂੰ ਕਲੈਕਟਰ ਕਹਿਣ ਵਾਲਾ ਤੇ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਅਸੀਂ ਉਹਦੇ ਨਾਲ ਪੈਕਟਾਂ ਨਹੀਂ ਜ਼ਿਆਦਾ ਗੰਦੇ ਹੈਗੇ ਆ। ਬਿਲਕੁਲ। ਹੁਣ ਦੇਖੋ ਮੈਂ ਕਿਸੇ ਨੂੰ ਕਹਿਣਾ ਵੀ ਇਹ ਗਲਤ ਹੈਗਾ, ਨਹੀਂ ਕੀ ਪਤਾ ਉਹ ਸਾਡੇ ਨਾਲੋਂ ਵੀ ਪਤਾ ਨਹੀਂ ਕਿੰਨਾ ਬੰਦਾ ਚੰਗਾ ਹੈਗਾ, ਪਰ ਕਿਸੇ ਨੂੰ ਕਹਿਣਾ ਬਹੁਤ ਗੰਦੀ ਗੱਲ ਹੈਗੀ ਹੈ। ਵੀ ਸੋਚ ਚੰਗੀ ਰੱਖਣੀ ਚਾਹੀਦੀ। ਪਰ ਉਹ ਸੋਚਦੇ ਨਹੀਂ ਨਾ ਕਿ ਸਾਡੇ ਤੋਂ ਕੋਈ ਵੱਡਾ ਹੈ ਛੋਟਾ ਹੈ, ਹਰੇਕ ਬਾਰੇ ਸੋਚ ਆਪਣੀ ਇੱਕ ਰਾਏ ਬਣਾ ਲੈਂਦੇ ਨੇ। ਹਾਂਜੀ ਤੋ ਫਿਰ ਉਹਨੂੰ ਦਬਾਉਣਾ ਜਿਸ ਤਰ੍ਹਾਂ ਚਾਹੁੰਦੇ ਹੈਗੇ ਨੇ ਵੀ ਚੱਲ ਅੱਜ ਮੈਂ ਇਹਨੂੰ ਕਹਾਂਗਾ ਵੀ ਤੈਨੂੰ ਐਵੇਂ ਕਹਿੰਦੇ ਵੀ ਤੇਰਾ ਕਲੈਕਟਰ ਨਹੀਂ ਠੀਕ। ਪਰ ਮੈਂ ਕਿਸੇ ਦੀ ਅੱਜ ਤੱਕ ਪਰਵਾਹ ਨਹੀਂ ਕੀਤੀ ਹੁਣ ਤੱਕ। ਜਦ ਮੈਂ ਉਹਨੂੰ ਕਹਿੰਦਾ ਨਾ ਮੈਂ 5-6 ਅੱਗੇ ਗੱਲਾਂ ਸੁਣਾ ਕੇ ਹਟਦੀ। ਮੈਂ
ਛੱਡਦੀ ਨਹੀਂ ਫਿਰ ਬੰਦੇ ਨੂੰ, ਭਾਵੇਂ ਪੁਰਸ਼ ਹੋਵੇ ਭਾਵੇਂ ਲੇਡੀਜ਼ ਹੋਵੇ। ਹੁਣ ਮੈਂ ਗੁੱਡੀਆਂ ਮੇਰੇ ਕੋਲ ਸਾਲ 1.5 ਸਾਲ ਛੋਟੀ ਰਹੀ ਹੈਗੀ ਆ, ਉਹਦਾ ਪ੍ਰਾਹੁਣਾ ਛੱਡ ਗਿਆ ਸੀ ਮੇਰੇ ਕੋਲ, ਤੇ ਮੈਨੂੰ ਕਹਿੰਦੇ ਵੀ ਦੋਵੇਂ ਕੁੜੀਆਂ ਚਮਾਰਲੀ 'ਚ ਜਿੱਧਰ ਤੁਸੀਂ ਗਏ ਸੀ, ਤੇ ਮੈਂ ਕਿਹਾ ਮੈਂ ਤੇਰੇ ਪੱਲਿਓ ਲੈ ਕੇ ਨਹੀਂ ਖਾਂਦੀ, ਮੈਂ ਆਪਣੇ ਦਮ ਤੇ ਆਪਣੀ ਕੁੜੀਆਂ ਰੱਖੀਆਂ ਨੇ, ਦੱਸ ਤੇਰੇ ਤੂੰ ਮੈਨੂੰ ਸੌਦਾ ਪਾ ਕੇ ਦਿੰਦੀ ਹੈਗੀ। ਪਰ ਮੈਂ ਲੜ ਪੈਂਦੀ ਹਾਂ ਜੀ, ਮੇਰੇ 'ਚ ਇਹ ਬੜੀ ਮਾੜੀ ਆਦਤ ਹੈਗੀ ਹੈ ਜੀ। ਆਂਟੀ ਤੁਸੀਂ ਹੱਕ ਦੇ ਲਈ ਲੜਦੇ ਹੋ, ਪਰ ਦੁਨੀਆ ਨਹੀਂ ਮੈਡਮ ਜੀਣ ਦਿੰਦੀ ਕਿਸੇ ਨੂੰ। ਜਿਹੜਾ ਬੰਦਾ ਸਹੀ ਚੱਲਦਾ ਨਾ ਉਹਦਾ ਨਜਾਇਜ਼ ਲੋਕੀ ਇਸਤੇਮਾਲ ਕਰਦੇ ਹੈਗੇ ਆ ਵੀ ਚੱਲ ਮੈਂ ਇਹਦੀ ਬੁਰਾਈ ਕਰਾਂਗਾ ਵੀ ਮੇਰੀ ਨਜ਼ਰਾਂ ਤੋਂ ਡਿੱਗੇਗੀ। ਪਰ ਮੈਂ ਅੱਜ ਤੱਕ ਇੰਨੀ ਵਾਹਿਗੁਰੂ ਦੀ ਸਤਿਗੁਰਾਂ ਦੀ ਕਿਰਪਾ ਰਹੀ, ਮੈਂ ਕਦੀ ਅੱਜ ਤੱਕ ਨਜ਼ਰਾਂ ਤੋਂ ਨਹੀਂ ਡਿੱਗੀ ਹੈਗੀ, ਜੱਦੀ ਰਹੀ ਹਾਂ, ਚੜ੍ਹਦੀ ਕਲਾ 'ਚ ਹੀ ਰਹੀ ਹਾਂ, ਹੁਣ ਤੱਕ ਰਵਾਂਗੀ। ਔਰ ਆਂਟੀ ਚੜ੍ਹਦੀ ਕਲਾ ਦੇ ਵਿੱਚੋਂ ਇਸੇ ਕਰਕੇ ਮੈਂ ਤੁਹਾਨੂੰ ਇਸ ਪ੍ਰੋਗਰਾਮ 'ਚ ਲੈ ਕੇ ਆਈ ਹਾਂ। ਯਕੀਨ ਮੰਨਿਓ ਉਹ ਇਸਤਰੀ ਪ੍ਰੋਗਰਾਮ ਦੇ ਵਿੱਚ ਆਂਟੀ ਨੂੰ ਮੈਂ ਸਿਰਫ ਇਸ ਕਰਕੇ ਲੈ ਕੇ ਆਈ ਹਾਂ। ਮੈਂ ਨਾਰਮਲ ਆਂਟੀ ਕੋਲ ਬੈਠੀ ਹੋਈ ਸੀ, ਮੈਂ ਕਿਹਾ ਆਂਟੀ ਹੋਰ ਕਿਵੇਂ, ਘਰ-ਬਾਰ ਕਿਵੇਂ, ਕਿੱਦਾਂ ਰਹਿੰਦੇ ਹੋ, ਕੀ ਕਰਦੇ ਹੋ। ਆਂਟੀ ਨੇ ਜਿਹੋ ਜਿਹੇ ਮੈਨੂੰ ਜਵਾਬ ਦਿੱਤੇ ਨਾ, ਮੈਂ ਕਿਹਾ ਆਂਟੀ ਤੁਹਾਨੂੰ ਕੋਈ ਦੂਰੋਂ ਵੇਖਦਾ ਹੋਏਗਾ ਤਾਂ ਕਹਿੰਦਾ ਹੋਏਗਾ ਕਿ ਆਂਟੀ ਜਿਹੜੇ ਨੇ ਆਮ ਮਹਿਲਾਵਾਂ ਨੇ ਜਿਹੜੀਆਂ ਬਹੁਤ ਉੱਪਰ ਨਹੀਂ ਸੋਚ ਸਕਦੀਆਂ ਨੇ, ਪਰ ਆਂਟੀ ਨੇ ਜੋ ਗੱਲਾਂ ਕਹੀਆਂ ਨੇ, ਆਂਟੀ ਜੋ ਕਹਿ ਰਹੇ ਨੇ, ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਇੱਕ ਔਰਤ ਕਿੰਨੇ ਵੱਡੇ ਲੈਵਲ ਤੇ ਸੋਚ ਸਕਦੀ ਹੈ। ਉਹ ਕਹਿ ਰਹੀ ਹੈ ਕਿ ਮੈਨੂੰ ਕਿਸੇ ਮਰਦ ਦੀ ਜ਼ਰੂਰਤ ਨਹੀਂ ਹੈ ਜ਼ਿੰਦਗੀ ਜਿਉਣ ਦੇ ਲਈ, ਮੈਂ ਆਪ ਕਮਾਉਂਦੀ ਹਾਂ, ਮੈਂ ਆਪ ਖਾਂਦੀ ਹਾਂ। ਸੋ ਆਂਟੀ ਬਿਲਕੁਲ ਵੀ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਤੋਂ, ਜ਼ਿੰਦਗੀ ਬੜੀ ਲੰਬੀ ਹੈ ਤੇ ਜ਼ਿੰਦਗੀ ਇੰਜੇ ਚੱਲਦੀ ਰਹੇਗੀ। ਔਰ ਇਹ ਨਾ ਸੋਚਿਓ ਕਦੀ ਵੀ ਕਿ ਜਿਹੜੇ ਬੱਚੇ ਨੇ ਤੁਹਾਨੂੰ ਪਾਲ ਰਹੇ ਨੇ, ਤੁਸੀਂ ਬੱਚਿਆਂ ਨੂੰ ਅੱਜ ਵੀ ਪਾਲ ਰਹੇ ਹੋ, ਠੀਕ ਹੈ। ਹਾਂਜੀ ਠੀਕ ਹੈ। ਸੋ ਅਗਲੀ ਵਾਰ ਕਿਸੇ ਹੋਰ ਮਹਿਲਾ ਨੂੰ ਲੈ ਕੇ ਆਵਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਦਾ ਮਕਸਦ ਹੀ ਹੈ ਉਹਨਾਂ ਮਹਿਲਾਵਾਂ ਦੇ ਨਾਲ ਮਿਲਾਉਣਾ ਜਿਨ੍ਹਾਂ ਦੀਆਂ ਗੱਲਾਂ ਸਾਨੂੰ ਟੱਚ ਕਰਦੀਆਂ ਨੇ, ਜਿਨ੍ਹਾਂ ਦੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ। ਉਹਨਾਂ ਨੂੰ ਮਹਿਲਾਵਾਂ ਨੂੰ ਅਗਲੀ ਵਾਰ ਪ੍ਰੋਗਰਾਮ ਦੇ ਵਿੱਚ ਮੈਂ ਫਿਰ ਲੈ ਕੇ ਆਵਾਂਗੀ, ਫਿਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਤੁਹਾਡੇ ਰੂਬਰੂ ਕਰਾਵਾਂਗੇ। ਜਦ ਤੱਕ ਮੈਨੂੰ ਅਤੇ ਆਂਟੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।